ਤੁਸੀਂ ਇੱਕ ਦਾਅਵਾ ਕੀਤਾ ਸੀ ਕਿ ਇਹ ਜਿਹੜੀ ਜਾਂਚ ਰਿਪੋर्ट है ਇਹਦੇ ਵਿੱਚ ਸਿੱਖ ਸੰਗਤ ਨੂੰ ਧੋਖਾ ਦਿੱਤਾ ਜਾਊਗਾ। ਸਰੂਪ ਇਹਨਾਂ ਨੇ ਛਪਵਾ ਲਏ ਨੇ, ਪੂਰੇ ਕਰ ਦਿੱਤੇ ਜਾਣਗੇ, ਪਰ ਅਜਿਹਾ ਕੁਝ ਨਹੀਂ ਹੋਇਆ। ਐਸਜੀਪੀਸੀ ਨੇ ਕਾਰਵਾਈ ਵੀ ਕਰ ਦਿੱਤੀ ਹੈ। ਅਕਾਲ ਤਖਤ ਸਾਹਿਬ ਨੇ ਵੀ ਜਾਂਚ ਰਿਪੋर्ट ਦਾ ਖੁਲਾਸਾ ਕੀਤਾ। ਇਹ ਸਰੂਪ ਕਿਹਦੇ ਹੁਕਮ ਨਾਲ ਦਿੱਤੇ ਗਏ ਤੇ ਕਿੱਥੇ ਗਏ, ਉਹਦੀ ਬਰਾਮਦੀ ਲਈ ਕੀ ਕੀਤਾ ਅੱਜ ਇਨਵੈਸਟੀਗੇਸ਼ਨ ਨੇ। ਜਿਹੜੇ ਅਲਾਟ ਤੇ ਅਲਾਟ ਗਏ ਨੇ ਕਿਹਦੇ ਹੁਕਮ ਨਾਲ ਗਏ ਨੇ, ਉਹ ਬੰਦਾ ਨੰਗਾ ਹੋਣਾ ਚਾਹੀਦਾ। यानी कि ਤੁਹਾਡਾ ਹਲੇ ਵੀ ਇਤਰਾਜ਼ ਹੈ ਕਿ ਜਾਂਚ ਮੁਕੰਮਲ ਨਹੀਂ ਹੋਈ। ਇੱਕ ਹਥਿਆਰ ਬਰਾਮਦ ਹੋ ਗਿਆ, ਹਥਿਆਰ ਨੂੰ ਵਰਤਣ ਵਾਲਾ ਬਰਾਮਦ ਨਹੀਂ ਹੋਇਆ। ਬੇਦੋਸ਼ੀ ਮਾਰੇ ਗਏ ਨੇ। ਨਹੀਂ, ਮੈਂ ਨਹੀਂ ਕਹਿ ਸਕਦਾ ਬੇਦੋਸ਼ੇ ਹੋਣਗੇ, ਮੈਂ ਨਹੀਂ, ਬਿਲਕੁਲ ਨਹੀਂ, ਮੈਂ ਉਹਨਾਂ ਦਾ ਸਪੋਰਟਰ ਨਹੀਂਗਾ। ਸੈਕਟਰੀ ਰੂਪ ਸਿੰਘ ਜੀ ਇਹ ਚੁੱਪਚਾਪ ਛੁੱਟੀ ਲੈ ਕੇ, ਲੰਬੀ ਛੁੱਟੀ ਲੈ ਕੇ ਕਿੱਥੇ ਗਿਆ ਤੇ ਕਿਉਂ ਗਿਆ ਤੇ ਜਾਣ ਦਾ ਮਕਸਦ ਕੀ ਸੀ? ਕਿ ਇੱਕ ਸੀਕ੍ਰੇਟ ਫਾਈਲ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ ਆ, ਤੇ ਉਹ ਸੀਕ੍ਰੇਟ ਆ। ਉਹ ਫਾਈਲ ਚੋਰੀ ਕਿਵੇਂ ਹੋਈ, ਕੈਨੇਡਾ ਕਿਵੇਂ ਪਹੁੰਚ ਗਈ? ਡਾਕਟਰ ਰੂਪ ਸਿੰਘ ਦਾ ਅਸੀਂ ਚਾਹੁੰਦੇ ਆ ਪ੍ਰਬੰਧਕ ਕਮੇਟੀ ਸਪਸ਼ਟੀਕਰਨ ਦੇਵੇ ਕਿ ਇਹ ਛੁੱਟੀ ਲੈ ਕੇ ਕਿੱਥੇ ਗਿਆ। ਬਾਰ-ਬਾਰ ਮੈਂ ਛੱਡੂੰਗਾ ਨਹੀਂ, ਇਹ ਭਾਵੇਂ ਗੋਬਿੰਦ ਸਿੰਘ ਲੌਂਗੋਵਾਲ ਭਾਵੇਂ ਅੱਜ ਖਮੋਸ਼ ਰਹੇ, ਕੱਲ ਨੂੰ ਖਮੋਸ਼ ਰਹੇ, ਭਾਵੇਂ ਜਥੇਦਾਰ ਖਾਨ ਵਾਲਾ ਚੁੱਪ ਰਹੇ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੁੱਦਾ ਬਹੁਤ ਹੀ ਭਖਿਆ ਹੋਇਆ, ਮੁੱਦਾ ਬੜਾ ਸੰਵੇਦਨਸ਼ੀਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਬਿਊਰੋ ਦੇ ਵਿੱਚੋਂ ਹੀ ਸਰੂਪ ਗਾਇਬ ਹੋ ਜਾਂਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਪਬਲੀਕੇਸ਼ਨ ਬਿਊਰੋ ਉਹ ਥਾਂ ਹੈ ਦੁਨੀਆ ਦੀ ਜਿੱਥੇ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਫਾਈ ਹੋ ਸਕਦੀ ਹੈ। ਦੁਨੀਆ ਛੋੜ ਕਿਤੇ ਅਧਿਕਾਰ ਨਹੀਂ ਹੈ। ਉਸੇ ਥਾਂ ਦੇ ਉੱਤੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਪਾਵਨ ਸਰੂਪ ਗਾਇਬ ਹੋ ਜਾਣੇ। 267 ਸੀ, ਪਰ ਪਿਛਲੇ ਦਿਨੀ 24 ਅਗਸਤ ਨੂੰ ਜਥੇਦਾਰ ਸਾਹਿਬਾਨਾਂ ਨੇ ਖੁਲਾਸਾ ਕੀਤਾ ਸੀ ਜਾਂਚ ਰਿਪੋर्ट ਤੋਂ ਬਾਅਦ ਕਿ 267 ਨਹੀਂ 328 ਸਰੂਪ ਗਾਇਬ ਹੋਏ ਨੇ। ਐਸਜੀਪੀਸੀ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਤੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਕਾਰਵਾਈ ਕਰਦਿਆਂ 15 ਐਸਜੀਪੀਸੀ ਦੇ ਮੁਲਾਜ਼ਮ ਤੇ ਆਲਾ ਅਧਿਕਾਰੀਆਂ ਨੂੰ ਕਿਸੇ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ, ਕਿਸੇ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਵਿਭਾਗੀ ਕਾਰਵਾਈ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਨੇ। ਸਾਡੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਜੁੜੇ ਹੋਏ ਨੇ। ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਥੇਦਾਰ ਸਾਹਿਬ, ਜਦੋਂ ਇਹ ਜਾਂਚ ਚੱਲ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਦਾਅਵਾ ਕੀਤਾ ਸੀ ਕਿ ਇਹ ਜਿਹੜੀ ਜਾਂਚ ਰਿਪੋर्ट ਹੈ ਇਹਦੇ ਵਿੱਚ ਸਿੱਖ ਸੰਗਤ ਨੂੰ ਧੋਖਾ ਦਿੱਤਾ ਜਾਊਗਾ। ਸਰੂਪ ਇਹਨਾਂ ਨੇ ਛਪਵਾ ਲਏ ਨੇ, ਪੂਰੇ ਕਰ ਦਿੱਤੇ ਜਾਣਗੇ, ਪਰ ਅਜਿਹਾ ਕੁਝ ਨਹੀਂ ਹੋਇਆ। ਐਸਜੀਪੀਸੀ ਨੇ ਕਾਰਵਾਈ ਵੀ ਕਰ ਦਿੱਤੀ ਹੈ। ਅਕਾਲ ਤਖਤ ਸਾਹਿਬ ਨੇ ਵੀ ਜਾਂਚ ਰਿਪੋर्ट ਦਾ ਖੁਲਾਸਾ ਕੀਤਾ। ਤੁਸੀਂ ਸੰਤੁਸ਼ਟ ਹੋ ਇਸ ਰਿਪੋर्ट ਤੋਂ? ਇੱਕ ਤਾਂ ਜੋ ਕੁਝ ਹੋਇਆ, ਸਾਡੀ ਜਿੰਨੀ ਕੁ ਪੈਰਵਾਈ ਅਸੀਂ ਕੀਤੀ ਆ ਉਹਨੂੰ ਕੋਈ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਅੱਜ ਤੁਸੀਂ ਦੇਖੋ 27 ਜੂਨ ਨੂੰ ਇਹੀ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਪ੍ਰੈਸ ਕਾਨਫਰੰਸ ਬੁਲਾ ਕੇ ਕਹਿ ਰਹੀ ਸੀ ਜੀ ਕਿ ਇਹ ਸੰਸਥਾ ਜਿਹੜੀ ਆ ਮਨੁੱਖੀ ਅਧਿਕਾਰ ਸੰਸਥਾ ਜਸਟਿਸ ਅਜੀਤ ਸਿੰਘ ਬੈਂਸ ਤੇ ਜਿਹੜੇ ਆਰੋਪ ਲਾਉਂਦੇ ਨੇ ਸਾਡੇ ਤੇ, ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ। ਅੱਛਾ, ਇਹ ਝੂਠ ਆ, ਸਰੂਪ ਗਾਇਬ ਨਹੀਂ ਹੋਏ। ਹਾਂ, तो ਜਦੋਂ ਅਸੀਂ ਕਿਹਾ ਕਿ ਇਹ ਕੁਕਰਮ ਕਰਨ ਜਾ ਰਹੇ ਆ, ਸਰੂਪ ਛਾਪ ਰਹੇ ਆ, ਉਹਨਾਂ ਦੀ ਥਾਂ ਪੁਰ ਕਰਨਗੇ, ਤੇ ਉਸ ਤੋਂ ਥੋੜੇ ਦਿਨ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਜਿਹੜਾ ਉਹਨੇ ਦਮਦਮਾ ਸਾਹਿਬ ਦੇ ਮਕਾਮ ਤੋਂ ਤਖਤ ਤੇ ਝੂਠ ਬੋਲਿਆ ਕਿ ਸਰੂਪ ਤਾਂ ਪੂਰੇ ਨੇ, 267 ਸਰੂਪ ਪੂਰੇ ਨੇ, ਇਹ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਇਹ ਆਰੋਪ ਲੱਗ ਰਹੇ ਨੇ ਜੀ। ਰਿਕਾਰਡ 'ਚ ਕੁਝ ਗੜਬੜ ਹੈ, ਉਹ ਸਾਹਮਣੇ ਆਊਗਾ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਊਗੀ। ਤਾਂ ਪਹਿਲੀ ਗੱਲ ਤੇ ਇਹ ਹੁਣ ਦੱਸਣ ਕਿ ਅੱਜ ਕੀ ਕਹਿ ਰਹੇ ਸੀ, ਉਦੋਂ ਕੀ ਕਹਿ ਰਹੇ ਸੀ। ਤਾਂ ਅਸੀਂ ਉਸ ਦਿਨ ਵੀ ਕਿਹਾ ਸੀਗਾ ਕਿ ਝੂਠ ਮਤ ਬੋਲ ਪਾਂਡੇ, ਅਸੀਂ ਸਾਰਾ ਕੁਝ ਜਾਣਦੇ ਹਾਂ, ਸਾਡੇ ਕੋਲ ਰਿਕਾਰਡ ਆ, ਅਸੀਂ ਉਹਦੀਆਂ ਤਸਵੀਰਾਂ ਲਈਆਂ ਹੋਈਆਂ, ਤੁਸੀਂ ਭੱਜ ਨਹੀਂ ਸਕਦੇ। ਹੋ ਸਕਦਾ ਉਹਨਾਂ ਨੇ ਜਾਂਚ ਰਿਪੋर्ट ਤੋਂ ਪਹਿਲਾਂ ਕਾਲੀ 'ਚ ਬਿਆਨ ਦੇ ਦਿੱਤਾ ਹੋਵੇ। ਜਾਂਚ ਰਿਪੋर्ट ਦੀ ਉਡੀਕ ਨਹੀਂ ਕੀਤੀ। ਜਾਂਚ ਰਿਪੋर्ट ਉਹਨਾਂ ਕੋਲ ਚੱਲ ਰਹੀ ਸੀ, ਅਸੀਂ ਨਹੀਂ ਸੀ ਕਰ ਰਹੇ, ਸਾਰਾ ਕੁਝ ਉਹਨਾਂ ਕੋਲ ਸੀ। ਫਿਰ ਮੈਂ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ 125 ਸਰੂਪ ਪਾ ਦਿੱਤੇ ਗਏ ਆ ਉਹਦੇ ਵਿੱਚ ਪਬਲੀਕੇਸ਼ਨ ਬਿਊਰੋ 'ਚ। ਹਾਂ, ਅੱਛਾ, ਅੱਜ ਉਹ ਵੀ ਕਲੀਅਰ ਹੋ ਗਿਆ ਕਿ 125 ਸਰੂਪ ਅਨਅਧਿਕਾਰ ਛਾਪੇ ਗਏ ਜੀ।
61 ਸਰੂਪ ਇੱਕ ਦਫਾ ਛਾਪੇ ਗਏ, 228 ਨਵੇਂ ਨਿਕਲ ਆਏ, ਬਿਲकुल, तो 328 260 ਦੀ ਬਜਾਏ 328 ਨਵੇਂ ਨਿਕਲ ਆਏ ਜੀ। तो ਸਾਰਾ ਕੁਝ ਠੀਕ ਆ। ਅੱਜ ਵੀ ਅਸੀਂ ਸੰਤੁਸ਼ਟ ਨਹੀਂ। ਕਿਉਂਕਿ ਕਿਸ ਸ਼ਖਸ ਦੇ ਕਹਿਣ ਤੇ ਇਹ ਸਰੂਪ ਦਿੱਤੇ ਗਏ ਤੇ ਸਰੂਪ ਕਿੱਥੇ ਗਏ? ਮਤਲਬ ਤੁਸੀਂ ਕਹਿ ਰਹੇ ਹੋ ਇਹ ਜਾਂਚ ਤਾਂ ਹੋਈ ਨਹੀਂ ਵੀ ਸਰੂਪ ਕੌਣ ਲੈ ਕੇ ਗਿਆ, ਗਾਇਬ ਕਿਹਨੇ ਕੀਤੇ? ਇਹ ਸਰੂਪ ਕਿਹਦੇ ਹੁਕਮ ਨਾਲ ਦਿੱਤੇ ਗਏ ਤੇ ਕਿੱਥੇ ਗਏ? ਉਹਦੀ ਬਰਾਮਦੀ ਲਈ ਕੀ ਕੀਤਾ ਅੱਜ ਇਨਵੈਸਟੀਗੇਸ਼ਨ ਨੇ ਜੀ। ਅੱਜ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਬਾਡੀ ਨੇ ਕੀ ਐਲਾਨ ਕੀਤਾ? ਕਿਹਦੇ ਖਿਲਾਫ FIR ਦਰਜ ਹੋਊਗੀ? ਕਿਹਦੇ ਤੋਂ ਬਰਾਮਦ ਕੀਤੇ ਜਾਣਗੇ? ਪੁਲਿਸ ਕਿਸ ਨੂੰ ਪੁੱਛੂਗੀ? ਇਹ ਤੇ ਅੱਜ ਵੀ ਕੁਝ ਨਹੀਂ ਹੋਇਆ ਜੀ। ਜਾਂਚ ਮਸਲਾ ਇਹ ਨਹੀਂ ਹੈਗਾ ਕਿ ਤੁਸੀਂ ਦਰਜਨ ਮੁਅੱਤਲ ਕਰ ਦਿਓ, ਦਰਜਨਾਂ ਤੇ ਪੈਸੇ ਪਾ ਦਿਓ, ਤੁਸੀਂ ਆਪ ਹੀਰੋ ਬਣ ਜਾਓ। ਇਹ ਨਹੀਂ ਗੱਲ ਹੈਗੀ। ਗੱਲ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਗਏ? ਪਰ ਵਿੱਚ ਵੱਡੇ ਆਲਾ ਅਧਿਕਾਰੀ ਵੀ ਲਏ ਗਏ ਨੇ ਸਿੰਘ ਸਾਹਿਬ, ਮੁੱਖ ਸਕੱਤਰ ਤੱਕ ਆਲਾ ਅਧਿਕਾਰੀ ਜਿਹੜੇ ਨੇ ਉਹਨਾਂ ਦਾ ਸਾਡਾ ਕੋਈ ਮਤਲਬ ਨਹੀਂ। ਸਾਨੂੰ ਤੇ ਇਹ ਆ ਕਿ ਜੇ ਕਿਸੇ ਨੇ ਕੁਝ ਕੀਤਾ ਆ ਤੇ ਉਹਦੇ ਖਿਲਾਫ FIR ਦਰਜ ਕਰਾਉਣ ਵੀ ਇਹ ਬੰਦਾ ਲੈ ਕੇ ਗਿਆ, ਕਿਉਂ ਨਹੀਂ ਲਿਖਾਉਂਦੇ? ਫੌਜਦਾਰੀ ਮੁਕੱਦਮਿਆਂ ਦੀ ਗੱਲ ਕੀਤੀ ਹੈ ਇਹਨਾਂ ਨੇ ਕਿ ਫੌਜਦਾਰੀ ਮੁਕੱਦਮੇ, ਵਿਭਾਗੀ ਕਾਰਵਾਈ, ਉਹ ਵਿਭਾਗੀ ਕਾਰਵਾਈ ਫੌਜਦਾਰੀ ਜਿਹੜੀ ਵੱਖਰੇ ਬੰਦਿਆਂ ਦੇ ਨਾਂ ਲੈ ਕੇ ਕੀਤੀ ਗਈ ਆ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਮਦੀ ਲਈ ਜਿਹੜੀ ਰਿਕਵਰੀ ਲਈ ਉਹ ਸਰੂਪ ਵਾਪਸ ਆਉਣ, ਇਹਦੇ ਲਈ ਕੁਝ ਨਹੀਂ ਹੋਇਆ ਜੀ। ਯਾਨੀ ਕਿ ਤੁਹਾਡਾ ਹਲੇ ਵੀ ਇਤਰਾਜ਼ ਹੈ ਕਿ ਜਾਂਚ ਮੁਕੰਮਲ ਨਹੀਂ ਹੋਈ? ਜਾਂਚ ਹੋ ਸਕਦਾ ਮੁਕੰਮਲ ਹੋ ਗਈ ਹੋਵੇ, ਲੇਕਿਨ ਇੱਕ ਹਥਿਆਰ ਬਰਾਮਦ ਹੋ ਗਿਆ, ਹਥਿਆਰ ਨੂੰ ਵਰਤਣ ਵਾਲਾ ਬਰਾਮਦ ਨਹੀਂ ਹੋਇਆ ਜੀ, ਉਹ ਨੰਗਾ ਨਹੀਂ ਹੋਇਆ। ਤੇ ਕੀ ਲੱਗਦਾ ਤੁਹਾਨੂੰ ਜੇ ਹੁਣ ਇਹ SGPC ਦੇ ਆਲਾ ਅਧਿਕਾਰੀ ਵੀ ਵਿੱਚ ਇਹਨਾਂ ਨੇ ਦੱਸਿਆ, ਹਾਲਾਂਕਿ ਜਿਹੜੀ ਜਾਂਚ ਰਿਪੋਰਟ ਹੈ ਉਹ ਜਨਤਕ ਨਹੀਂ ਕੀਤੀ, ਉਹਦੇ ਚ ਅਸੀਂ ਪੜ੍ਹ ਨਹੀਂ ਸਕਦੇ। ਇੱਕ ਤਾਂ ਜਨਤਕ ਨਹੀਂ ਕੀਤੀ, ਉਹ ਕਰਨੀ ਚਾਹੀਦੀ ਆ। ਨੰਬਰ 2 ਤੇ FIR ਹੋਣੀ ਚਾਹੀਦੀ ਆ, ਰਿਪੋਰਟ ਇਹ ਲਿਖੀ ਜਾਣੀ ਚਾਹੀਦੀ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਇੰਨੇ ਸਰੂਪ ਇਸ ਸਥਾਨ ਤੋਂ ਸਾਨੂੰ ਨਹੀਂ ਮਿਲ ਰਹੇ ਤੇ ਉਹਦੀ ਜਾਂਚ ਕੀਤੀ ਜਾਵੇ ਤੇ ਸਾਨੂੰ ਰਿਕਵਰ ਕਰਕੇ ਦਿੱਤੇ ਜਾਣ। ਜਿਹੜਾ ਵੀ ਇਹ 'ਚ ਦੋਸ਼ੀ ਪਾਇਆ ਜਾਵੇ ਉਹਨੂੰ ਨੰਗਾ ਕੀਤਾ ਜਾਵੇ ਜੀ। ਗੱਲ ਖਤਮ ਹੋ ਜਾਂਦੀ। ਬਿਲਕੁਲ ਸਿੰਘ ਸਾਹਿਬ। ਇੱਕ ਸਿੰਘ ਸਾਹਿਬ ਜਿਹੜੀ ਇਹਨਾਂ ਨੇ ਫੈਸਲਾ ਸੁਣਾਇਆ SGPC ਨੇ, ਉਹਦੇ ਵਿੱਚ ਇੱਕ ਗੋਇੰਦਵਾਲ ਸਾਹਿਬ ਦੇ ਅੰਗੀਠਾ ਸਾਹਿਬ ਦੇ ਵੀ ਇੱਕ ਮੁਲਾਜ਼ਮ ਨੂੰ ਕੀਤਾ ਹੈ, ਸਸਪੈਂਡ ਕੀਤਾ ਆ। ਫਿਰ ਜਿਹੜਾ ਉਹ ਉਸ ਵੇਲੇ ਮਸਲਾ ਉੱਠਿਆ ਸੀ ਕਿ ਸਰੂਪ ਉੱਥੇ ਜਾ ਕੇ ਸੰਸਕਾਰ ਕੀਤੇ, ਕਿਉਂ ਕੀਤਾ ਮੈਂ ਦੱਸਦਾ ਜੀ ਕਿ ਤੂੰ ਰਿਕਾਰਡ ਕਿਉਂ ਦਾ ਇਹ ਕਿਉਂ ਦੱਸਿਆ ਕਿ ਰਿਕਾਰਡ ਹੈ ਨਹੀਂ ਉਦੋਂ ਦਾ? ਅੱਛਾ, ਉਸੇ ਨੂੰ ਕੀਤਾ ਉਹਨੂੰ ਇਸ ਕਰਕੇ ਕੀਤਾ ਗਿਆ ਕਿ ਤੂੰ ਇਹ ਕਿਉਂ ਸ਼ੋਅ ਕੀਤਾ ਕਿ ਇੱਥੇ ਕੋਈ ਰਿਕਾਰਡ ਨਹੀਂ ਹੈਗਾ ਉਹਦਾ। ਇੱਕ ਜਿਲਦਕਾਰ ਨੂੰ ਇਸ ਕਰਕੇ ਉਹਨੂੰ ਕਾਲੀ ਸੂਚੀ 'ਚ ਦੇ ਦਿੱਤਾ ਗਿਆ ਕਿ ਜਿਹੜਾ ਉਹ ਨੰਗਾ ਹੋ ਗਿਆ ਕਿ ਜਿਲਦਾਂ ਬਣਾਉਣ ਲਈ ਬੈਂਡਿੰਗ ਹਾਊਸ ਦੇ ਵਿੱਚ ਸਰੂਪ ਗਏ, ਫਿਰ ਵਾਪਸ ਆਏ ਤੇ ਉਹ ਕਿ ਤੇਰੇ ਕੋਲ ਲੀਕ ਕਿਸ ਤਰ੍ਹਾਂ ਹੋਇਆ? ਜ਼ਿਆਦਾਤਰ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਇਸ ਕਰਕੇ ਸਸਪੈਂਡ ਕੀਤਾ ਕਿ ਇਹ ਲੀਕੇਜ ਕਿਤੋਂ ਹੋਈ, ਇਹ ਸਾਡੀ ਪ੍ਰੋਬਲਮ ਕਿਉਂ ਕ੍ਰੀਏਟ ਹੋਈ। ਅੱਛਾ, ਯਾਨੀ ਕਿ ਮਤਲਬ ਇਹ ਜਿਹੜੇ ਬੇਦੋਸ਼ੀ ਮਾਰੇ ਗਏ ਨੇ? ਨਹੀਂ, ਮੈਂ ਨਹੀਂ ਕਹਿ ਸਕਦਾ ਬੇਦੋਸ਼ੀ ਹੋਣਗੇ, ਮੈਂ ਨਹੀਂ, ਬਿਲਕੁਲ ਨਹੀਂ, ਮੈਂ ਉਹਨਾਂ ਦਾ ਸਪੋਰਟਰ ਨਹੀਂਗਾ ਜੀ। ਮੈਂ ਤੇ ਇਹ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਮਿਲਣੇ ਚਾਹੀਦੇ ਆ। ਜਿੰਨੇ ਸਰੂਪ ਅੱਜ ਉੱਥੇ ਨਹੀਂ ਮਿਲ ਰਹੇ ਉਹਨਾਂ ਦੀ ਬਰਾਮਦਗੀ ਹੋਣੀ ਚਾਹੀਦੀ ਹੈ। ਜਿਹੜਾ ਬੰਦਾ ਉਹਦੇ ਲਈ ਇਨਵੋਲਵ ਹੈ, ਜਿਹਨੇ ਇਹ ਹੁਕਮ ਦਿੱਤਾ ਕਿ ਇਹ ਸਰੂਪ ਇੰਨੇ ਇਹਨਾਂ ਨੂੰ ਦੇ ਦਿਓ, ਉਹ ਬੰਦਾ ਨੰਗਾ ਹੋਣਾ ਚਾਹੀਦਾ ਜੀ। ਜੇ ਸਿੰਘ ਸਾਹਿਬ ਜਿਸ ਤਰੀਕੇ ਦੇ ਨਾਲ ਇਹ ਸਾਰਾ ਇਹਨਾਂ ਨੇ ਫੈਸਲਾ ਦਿੱਤਾ, ਅਕਾਲ ਤਖਤ ਸਾਹਿਬ ਨੇ ਵੀ ਸੀਲਬੰਦ ਰਿਪੋਰਟ ਭੇਜੀ, ਉਹਦੇ ਮੁਤਾਬਕ ਕਹਿੰਦੇ ਉਹਨਾਂ ਨੇ ਫੈਸਲਾ ਸੁਣਾ ਦਿੱਤਾ, SGPC ਨੇ ਕਾਰਵਾਈ ਕਰ ਦਿੱਤੀ। ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹੋ, ਉਸ ਪ੍ਰਬੰਧ ਨੂੰ ਤੁਸੀਂ ਜਾਣਦੇ ਹੋ। ਪਬਲਿਕੇਸ਼ਨ ਬਿਊਰੋ ਦੇ ਵਿੱਚੋਂ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਸੇ ਗੁਰਦੁਆਰੇ ਲੈ ਕੇ ਜਾਣੇ ਨੇ, ਸੁਸ਼ੋਭਿਤ ਕੀਤੇ ਜਾਣੇ ਨੇ, ਜਾਂ ਕਿਸੇ ਆਮ ਸਿੱਖ ਨੂੰ ਘਰ ਦੇ ਵਿੱਚ ਪ੍ਰਕਾਸ਼ ਕਰਨ ਲਈ ਦਿੱਤੇ ਜਾਣੇ ਨੇ, ਤਾਂ ਕੀ ਪ੍ਰੋਸੈਸ ਹੈ? ਕਿੱਥੇ ਗਲਤੀ ਹੋਈ? ਬੜਾ ਲੰਬਾ ਪ੍ਰੋਸੈਸ ਹੈ। ਉਹਦੇ ਵਿੱਚ ਇੱਕ ਵੀ ਸਰੂਪ ਮਿਸ ਨਹੀਂ ਹੋ ਸਕਦਾ। ਸਿਫਾਰਿਸ਼ ਵੀ ਲੱਗਦੀ ਹੈ ਉਹਦੇ ਲਈ? ਨਹੀਂ, ਸਿਫਾਰਿਸ਼ ਹੋਊ ਤੇ ਇੱਕ ਦੀ ਹੋਊ, ਦੋ ਦੀ ਹੋਊ, ਪਰ ਸਿਫਾਰਿਸ਼ ਬੜੀ ਜ਼ਿੰਮੇਵਾਰੀ ਲਈ ਹੁੰਦੀ ਆ ਕਿ ਮੈਂ ਜਾਣਦਾ ਹਾਂ ਕਿ ਗੁਰਸਿੱਖ ਆ, ਇਹ ਬੇਅਦਬੀ ਨਹੀਂ ਕਰ ਸਕਦਾ, ਇਹ ਤੁਸੀਂ ਦੇ ਦਿਓ ਤੇ ਇਹਦੀਆਂ ਖਾਨਾ ਪੂਰੀਆਂ ਬਾਅਦ ਚ ਮੈਂ ਕਰਵਾ ਦੂੰਗਾ। ਇੱਕ ਜਾਂ ਦੋ ਜਾਂ 10 ਹੋ ਸਕਦੇ, 450 ਨਹੀਂ ਹੋ ਸਕਦਾ। ਬਿਲਕੁਲ। ਜਿਹੜੇ ਅਲਾਟ ਗਏ ਨੇ, ਕਿਹਦੇ ਹੁਕਮ ਨਾਲ ਗਏ ਨੇ? ਉਹ ਬੰਦਾ ਨੰਗਾ ਹੋਣਾ ਚਾਹੀਦਾ। ਕੀ ਲੱਗਦਾ ਤੁਹਾਨੂੰ ਕਿਹਦੇ ਹੁਕਮ ਨਾਲ ਗਏ ਹੋਣ? ਜਿਹਦੇ ਵੀ ਹੁਕਮ ਨਾਲ ਗਏ ਆ, ਅਸੀਂ ਕਿਉਂ ਰੋਪ ਲਾਈਏ? ਇਹਨਾਂ ਦੀ ਇਨਵੈਸਟੀਗੇਸ਼ਨ ਕੀ ਹੋਈ? ਇਹ ਜਥੇਦਾਰ ਨੂੰ ਚਾਹੀਦਾ ਸੀਗਾ ਕਿ ਬਜਾਏ ਇਸ ਐਗਜ਼ੈਕਟਿਵ ਨੂੰ ਫਾਈਲ ਸੰਭਾਲਣ ਦੇ, ਇਹ ਪ੍ਰਧਾਨ ਨੂੰ ਤਲਬ ਕਰਕੇ ਕਹਿੰਦਾ ਕਿ ਇਹ ਤੇਰੇ ਕੋਲ ਪਈ ਰਿਪੋਰਟ, FIR ਦਰਜ ਕਰਾ ਤੇ ਸਰੂਪ ਬਰਾਮਦ ਹੋਣੇ ਚਾਹੀਦੇ। ਇਹ ਵਿਭਾਗੀ ਕਾਰਵਾਈ ਬਾਅਦ ਚ ਕਰਦਾ ਰਹੀ ਜੀ। ਯਾਨੀ ਕਿ ਸਵਾਲ ਤਾਂ ਉੱਥੇ ਦਾ ਉੱਥੇ ਖੜਾ ਵੀ 328 ਸਰੂਪ ਨੇ, ਉਹ ਹੈ ਕਿੱਥੇ? ਹਾਂ, ਨੰਬਰ 2 ਤੇ
ਕਮੇਟੀ ਨੂੰ ਇਹ ਕਹਿਣਾ ਦੱਸਣਾ ਪਊਗਾ ਕਿ ਇੱਕ ਸੀਕ੍ਰੇਟ ਫਾਈਲ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ ਆ ਤੇ ਉਹ ਸੀਕ੍ਰੇਟ ਆ, ਉਹ ਫਾਈਲ ਚੋਰੀ ਕਿਵੇਂ ਹੋਈ, ਕੈਨੇਡਾ ਕਿਵੇਂ ਪਹੁੰਚ ਗਈ। ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ PDF ਜਿਹੜੀ ਫਾਈਲ ਹੁੰਦੀ ਆ, ਹਾਂਜੀ, ਉਹ ਫਾਈਲ ਤੋਂ ਹੀ ਦੂਸਰਾ ਗੁਰੂ ਗ੍ਰੰਥ ਸਾਹਿਬ ਛਾਪਿਆ ਜਾ ਸਕਦਾ ਹੈ। ਉਹ ਗੁਰੂ ਗ੍ਰੰਥ ਸਾਹਿਬ ਜੀ ਦੀ PDF ਜਿਹੜੀ ਕੰਪਿਊਟਰ ਫਾਈਲ ਆ ਜੀ, ਜਿਹਦੇ ਤੇ ਬਕਾਇਦਾ ਪਾਸਵਰਡ ਲੱਗਾ ਹੁੰਦਾ ਹੈ ਤੇ ਉਹ ਪਾਸਵਰਡ ਇੱਕ ਵਿਅਕਤੀ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ, ਉਹ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ, ਸੀਕ੍ਰੇਟ ਪ੍ਰਾਪਰਟੀ ਕੈਨੇਡਾ ਕਿਵੇਂ ਪਹੁੰਚ ਗਈ, ਉੱਥੇ ਸਰੂਪ ਕਿਵੇਂ ਛਪ ਗਏ, ਜਿਹੜਾ ਸਰੀ ਵਾਲਾ ਮਸਲਾ ਜਿਹੜਾ ਚੱਲ ਰਿਹਾ ਸੀ, ਸਰੂਪ ਕਿਵੇਂ ਛਪ ਗਏ, ਇਹ ਜਵਾਬ ਦੇਣਾ ਪਊ ਪ੍ਰਬੰਧਕ ਕਮੇਟੀ ਨੂੰ। ਨੰਬਰ 2 ਤੇ ਇੱਕ ਸੈਕਟਰੀ ਰੂਪ ਸਿੰਘ ਜੀ, ਇਹ ਚੁੱਪਚਾਪ ਛੁੱਟੀ ਲੈ ਕੇ, ਲੰਬੀ ਛੁੱਟੀ ਲੈ ਕੇ ਕਿੱਥੇ ਗਿਆ ਤੇ ਕਿਉਂ ਗਿਆ, ਤੇ ਜਾਣ ਦਾ ਮਕਸਦ ਕੀ ਸੀ ਤੇ ਕਿਹੜੇ ਤਰੀਕੇ ਇਹ ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਇਹ ਟਾਈਮ ਕੱਟ ਕੇ ਆਇਆ, ਜਦ ਕਿ ਕੋਈ ਜਾ ਨਹੀਂ ਸਕਦਾ ਇਹਨਾਂ ਦਿਨਾਂ 'ਚ। ਸੁਣਿਆ ਕਿ ਵਿਦੇਸ਼ 'ਚ ਗਏ ਸੀ। ਹਾਂ, ਵਿਦੇਸ਼ ਗਏ, ਜੇ ਵਿਦੇਸ਼ੀ ਉਹ ਜਾ ਸਕਦਾ ਜਿਹੜਾ ਵਿਦੇਸ਼ੀ ਹੋਵੇ। ਇਸ ਬੰਦੇ ਨੂੰ ਸੈਂਟਰ ਸਰਕਾਰ ਤੋਂ ਕਿਸ ਨੇ ਚਿੱਠੀ ਦਿੱਤੀ ਕਿ ਇਸ ਨੂੰ ਲਾਜ਼ਮੀ ਭੇਜਣਾ ਤੇ ਲਿਜਾਇਆ ਜਾਵੇ ਕਰੋਨਾ ਵਾਇਰਸ ਦੇ ਟਾਈਮ 'ਚ। ਹਾਂ, ਤੇ ਇੱਕ ਹੋਰ ਪ੍ਰੂਫ ਰੀਡਰ ਜੀ, ਇੱਕ ਪ੍ਰੂਫ ਰੀਡਰ ਜਿਹੜਾ ਉਹ ਰਿਟਾਇਰ ਹੋਣ ਤੋਂ ਬਾਅਦ ਕਿੱਥੇ ਆ ਤੇ ਉਹਦੀ ਕੀ ਡਿਊਟੀ ਲਾਈ ਗਈ ਜੀ, ਤੋਂ ਅੱਜ ਕਿੱਥੇ ਆ, ਇਹ ਸਾਨੂੰ ਇਹਦੀ ਇਤਲਾਹ ਮਿਲਣੀ ਚਾਹੀਦੀ ਆ। ਪਰ ਸਿੰਘ ਸਾਹਿਬ, ਇਹ ਪੂਰੇ 15 ਜਣਿਆਂ ਦੇ ਵਿੱਚੋਂ ਸਿਰਫ ਤੇ ਸਿਰਫ ਚੀਫ ਸੈਕਟਰੀ ਰੂਪ ਸਿੰਘ ਹੈਗੇ ਨੇ ਜਿਨ੍ਹਾਂ ਨੂੰ ਨਾ ਹੀ ਸਸਪੈਂਡ ਕੀਤਾ, ਨਾ ਹੀ ਡਿਸਮਿਸ ਕੀਤਾ, ਕੋਈ ਵਿਭਾਗੀ ਕਾਰਵਾਈ ਨਹੀਂ, ਸਿਰਫ ਕਿਹਾ ਕਿ ਉਹਨਾਂ ਤੋਂ ਵੀ ਬੈਕ ਡੇਟ 'ਚ ਅਸਤੀਫਾ ਲਿਆ ਜੀ। ਅੱਜ ਸਵੇਰ ਤੱਕ ਨਹੀਂ ਸੀ, ਬੈਕ ਡੇਟ 'ਚ ਲਿਆ ਗਿਆ। ਇਸ ਬਾਰੇ ਤੁਸੀਂ ਕਿਵੇਂ ਦਾਅਵਾ ਕਰ ਸਕਦੇ? ਇਸ ਲਈ ਮੈਂ ਤੁਹਾਨੂੰ ਦੱਸ ਰਿਹਾ, ਮੈਂ ਜੋ ਕੁਝ ਤੁਹਾਨੂੰ ਇਤਲਾਹ ਦੇ ਰਿਹਾ ਬਿਲਕੁਲ ਵਿਦ ਪ੍ਰੂਫ ਆ ਜੀ। ਇਹ ਡਾਕਟਰ ਰੂਪ ਸਿੰਘ ਦਾ ਅਸੀਂ ਚਾਹੁੰਦੇ ਆ ਪ੍ਰਬੰਧਕ ਕਮੇਟੀ ਸਪਸ਼ਟੀਕਰਨ ਦੇਵੇ ਕਿ ਇਹ ਛੁੱਟੀ ਲੈ ਕੇ ਕਿੱਥੇ ਗਿਆ, ਜਦ ਕਿ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੋਣੀ ਸੀ, ਇਹ ਚੀਫ ਸੀ, ਇਹ ਮੇਨ ਅਧਿਕਾਰੀ ਸੀਗਾ ਪ੍ਰਬੰਧਕ ਕਮੇਟੀ ਦਾ, ਸਾਰਾ ਕੁਝ ਇਹਦੇ ਤੇ ਦਰਮਦਾਰ ਸੀਗਾ, ਇਹ ਤੋਂ ਜਾਣਕਾਰੀ ਲੈਣੀ ਵੀ ਸੀ, ਇਹਨੇ ਦੇਣੀ ਵੀ ਸੀ, ਇਹਨੇ ਦਵਾਉਣੀ ਵੀ ਸੀ, ਇਹਨੇ ਸਪੋਰਟ ਵੀ ਕਰਨੀ ਸੀ। ਇਹ ਕਿੱਥੇ ਗਿਆ? ਬਿਲਕੁਲ, ਕਿਉਂਕਿ ਕਮੇਟੀ ਨੇ ਹੁਣ ਤੱਕ ਇਹੀ ਜਾਣਕਾਰੀ ਦਿੱਤੀ ਹੈ ਕਿ ਮੁੱਖ ਸਕੱਤਰ ਰੂਪ ਸਿੰਘ ਲੰਬੀ ਛੁੱਟੀ ਤੇ ਚਲੇ ਗਏ ਨੇ। ਅੱਜ ਹੀ ਸਾਨੂੰ ਵੀ ਮੀਡੀਆ ਨੂੰ ਵੀ ਅੱਜ ਪਤਾ ਲੱਗਦਾ ਹੈ ਕਿ ਅਸਤੀਫਾ ਇਹਨਾਂ ਨੇ ਪਹਿਲਾਂ ਦਿੱਤਾ ਸੀ, ਉਹ ਅਸੀਂ ਪ੍ਰਵਾਨ ਕਰ ਲਿਆ। ਸੋ ਸਿੰਘ ਸਾਹਿਬ, ਇੱਕ ਤੁਸੀਂ ਬੜਾ ਨਾਮ ਤੁਸੀਂ ਹਮੇਸ਼ਾ ਲੈਂਦੇ ਹੋ, ਸਤਿੰਦਰ ਸਿੰਘ ਕੋਹਲੀ CA, ਉਹਦੇ ਖਿਲਾਫ ਕਾਰਵਾਈ ਕੀਤੀ ਹੈ ਔਰ 75% ਦੀ ਰਿਕਵਰੀ ਲਈ ਕਾਨੂੰਨੀ ਕਾਰਵਾਈ ਦਾ ਵੀ ਇਹਨਾਂ ਨੇ ਹੁਕਮ ਸੁਣਾਇਆ, ਤੁਰੰਤ ਸੇਵਾਵਾਂ ਖਤਮ ਕਰ ਦਿੱਤੀਆਂ ਨੇ। ਇਹ ਤੋਂ ਤੁਸੀਂ ਸੰਤੁਸ਼ਟ ਹੋ? ਦੇਖੋ, ਸੰਤੁਸ਼ਟੀ ਨਹੀਂ ਮੈਂ ਕਹਿ ਸਕਦਾ। ਦੇਖੋ, ਇੱਕ ਬੜੇ ਲੰਬੇ ਸਮੇਂ ਤੋਂ ਬੰਦਾ ਲੁੱਟ ਰਿਹਾ ਸੀ, 1 ਕਰੋੜ ਰੁਪਇਆ ਸਾਲ ਦਾ ਲੈ ਰਿਹਾ ਸੀ, 8 ਲੱਖ ਰੁਪਇਆ ਮਹੀਨੇ ਦੀ ਤਨਖਾਹ ਲੈ ਰਿਹਾ ਸੀ, ਤੋਂ ਕੰਮ ਕਰ ਰਿਹਾ ਸੀ ਇਹ ਆਰਬਿਟ ਬੱਸਾਂ ਦੇ ਜੀ। ਤੋਂ ਗੁਰੂ ਘਰ ਨੂੰ ਇਹਨੇ ਲੁੱਟਿਆ ਤੇ ਇਹ ਕਿਤੇ ਨਾ ਕਿਤੇ ਆਪਣੀ ਜਾਨ ਬਚਾ ਰਹੇ ਨੇ। ਅੱਜ ਮੈਂ ਬੜਿਆਂ ਦੇ ਨਾਂ ਲਏ ਸੀ ਵੀ ਇਹਦੇ ਘਰ ਵੀ ਕੰਮ ਕਰ ਰਹੇ ਨੇ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ, ਕੋਈ ਡਰਾਈਵਰ ਆ, ਕੋਈ ਗਨਮੈਨ ਆ, ਕੋਈ ਗਾਰਡਨ ਦੇਖਦਾ, ਕੋਈ, ਉਹ ਸਾਰੇ ਅੱਜ ਆ ਗਏ ਨੇ, ਵਾਪਸ ਆ ਗਏ ਨੇ, ਵਾ ਰਹੇ ਨੇ ਗੁਰਦੁਆਰੇ ਪ੍ਰਬੰਧਕ ਕਮੇਟੀ 'ਚ ਆ ਰਹੇ ਨੇ। ਤੋ ਇਹ ਹੋ ਰਿਹਾ, ਲੇਕਿਨ ਇਹ ਸਾਰਾ ਕੁਛ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਿਸ਼ਾਵਰ ਨਹੀਂ ਕਰ ਸਕਦੇ ਕੁਝ ਵੀ। ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਸਾਡੇ ਲਈ ਮੇਨ ਜਿਹੜਾ ਮੁੱਦਾ, ਗੁਰੂ ਗ੍ਰੰਥ ਸਾਹਿਬ ਜੀ ਵਾਪਸ ਹੋਣੇ ਚਾਹੀਦੇ ਆ। ਜਿਹੜੇ ਬੰਦੇ ਦੇ ਹੁਕਮ ਨਾਲ ਗਏ ਨੇ ਉਹ ਬੰਦਾ ਨੰਗਾ ਹੋਣਾ ਚਾਹੀਦਾ। ਉਹ ਸਿੱਖ ਕੌਮ ਦਾ ਦੋਖੀ ਆ, ਸਿੱਖ ਕੌਮ ਦਾ ਤਨਖਾਹੀ ਆ, ਉਹ ਸਿੱਖ ਕੌਮ ਦੇ ਵਿੱਚ ਨੰਗਾ ਹੋਣਾ ਚਾਹੀਦਾ। ਉਹਦੇ ਖਿਲਾਫ FIR ਹੋਣੀ ਚਾਹੀਦੀ। ਉਹਦੇ ਬਾਰੇ ਪ੍ਰਬੰਧਕ ਕਮੇਟੀ ਦੱਸੇ ਕੀ ਕਰ ਰਹੀ ਹੈ। ਬਿਲਕੁਲ, ਕਿਉਂਕਿ ਸਵਾਲ ਉੱਥੇ ਦਾ ਉੱਥੇ ਹੀ ਹੈ। 328 ਸਰੂਪ ਗਾਇਬ ਹੋਏ ਤਾਂ ਗਾਇਬ ਹੋ ਕੇ ਕਿੱਧਰ ਗਏ, ਅਸਲ ਦੋਸ਼ੀ ਕੌਣ ਹੈ, ਉਹ ਹਲੇ ਸਵਾਲ ਉੱਥੇ ਦਾ ਉੱਥੇ ਹੈ। 125 ਵੱਖਰੇ, 61 ਵੱਖਰੇ ਜੀ। ਤੋ ਇੰਨੀ ਵੱਡੀ ਮਾਤਰਾ 'ਚ ਜਿਹੜੇ ਸਰੂਪ ਗਏ ਨੇ, ਉਹ ਇਹਨਾਂ ਮੁਲਾਜ਼ਮਾਂ ਤੇ ਤੁਸੀਂ ਉਹਨਾਂ ਦੀ ਧੌਣ ਤੇ ਤਲਵਾਰ ਰੱਖ ਕੇ ਬਚ ਨਹੀਂ ਸਕਦੇ। ਤੇ ਜੇ ਕੀਤਾ ਉਹਨਾਂ ਨੇ, ਉਹਨਾਂ ਦੀ ਗਲਤੀ ਆ ਤੇ ਉਹਨਾਂ ਨੂੰ ਸਜ਼ਾ ਦਿਓ, ਲੇਕਿਨ ਆਰਡਰ ਕਿਹਦਾ, ਹੁਕਮ ਕਿਹਦਾ? ਬਿਲਕੁਲ, ਇਥੋਂ ਭਵਨ ਦੇ ਵਿੱਚੋਂ ਕੋਈ ਧੱਕੇ ਨਾਲ ਨਹੀਂ ਲੈ ਕੇ ਗਿਆ ਸਰੂਪ। ਭਵਨ ਦੇ ਵਿੱਚੋਂ ਬਕਾਇਦਾ ਗੱਡੀਆਂ ਤੇ ਗਏ ਨੇ। ਮੈਂ ਇਸ ਮਸਲੇ ਤੇ ਪ੍ਰਬੰਧਕ ਕਮੇਟੀ ਨੂੰ, ਗੋਬਿੰਦ ਸਿੰਘ ਲੌਂਗੋਵਾਲ ਨੂੰ ਮੈਂ ਫਿਰ ਕਹਿ ਰਿਹਾ ਕਿ ਇਹਨੂੰ ਕਲੀਅਰ ਕਰੋ ਜੀ। ਇੱਕ ਜਿਹੜਾ ਹਰਪ੍ਰੀਤ ਸਿੰਘ ਸਾਡਾ ਕਹਿੰਦਾ ਮੈਂ 18ਵੀਂ ਸਦੀ ਦਾ ਜਥੇਦਾਰ ਬਣਨਾ ਚਾਹੁੰਦਾ, ਉਹਨੂੰ ਮੈਂ ਕਹਿਣਾ ਕਲੀਅਰ ਕਰ। ਅਜੇ ਵੀ ਇਹ ਗੱਲਾਂ ਨਹੀਂ ਚੱਲਣੀਆਂ। ਸਾਨੂੰ ਪਤਾ ਲੱਗਣਾ ਚਾਹੀਦਾ ਕਿ ਇਹਦਾ ਅਸਲ ਦੋਸ਼ੀ ਕੌਣ ਹੈ, ਇਹ ਕਿਹਦੇ ਹੁਕਮ ਨਾਲ ਸਰੂਪ ਗਏ ਤੇ ਰਿਕਵਰੀ ਕਿਵੇਂ ਹੋਊਗੀ।
ਉਹਦੇ ਕਾਰਨ ਦੱਸੋ। ਤੁਸੀਂ ਕੀ ਕਰ ਕੀ ਰਹੇ ਹੋ, ਉਹ ਰਿਕਵਰੀ ਕਰਨ ਲਈ ਕੀ ਤੁਹਾਡਾ ਉਦਮ ਹੈ, ਕੀ ਉਪਰਾਲਾ ਹੈ, ਕਿੱਥੇ FIR ਲਿਖਾ ਰਹੇ ਹੋ, ਕਿਹਦੇ ਨਾਲ ਲਿਖਾ ਰਹੇ ਹੋ, ਕੌਣ ਲਿਖਾ ਰਿਹਾ, ਕਦੋਂ ਲਿਖਾ ਰਿਹਾ। ਤੋ ਸਾਨੂੰ ਕੁਝ ਆਸ ਵਜੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਡੇ ਇਥੋਂ ਗਏ ਨੇ ਉਹ ਸਵੇ ਮਾਨ ਨਾਲ ਵਾਪਸ ਆਉਣਗੇ। ਬਾਰ-ਬਾਰ ਮੈਂ ਛੱਡੂੰਗਾ ਨਹੀਂ, ਇਹ ਭਾਵੇਂ ਗੋਬਿੰਦ ਸਿੰਘ ਲੌਂਗੋਵਾਲ ਭਾਵੇਂ ਅੱਜ ਖਮੋਸ਼ ਰਹੇ, ਕੱਲ ਨੂੰ ਖਮੋਸ਼ ਰਹੇ, ਭਾਵੇਂ ਜਥੇਦਾਰ ਖਾਨ ਵਾਲਾ ਚੁੱਪ ਰਹੇ, ਲੇਕਿਨ ਇਹਨੂੰ ਮੈਂ ਬਾਰ-ਬਾਰ ਇਸ ਗੱਲ ਤੇ ਲਿਆਉਣਾ ਹੈ ਤੇ ਸੰਗਤ ਨੂੰ ਜਵਾਬ ਦੇਣਾ ਪੈਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅਸਲ ਦੋਸ਼ੀ ਜਿਹੜੇ ਨੇ ਸਿੱਖ ਕੌਮ ਦੇ ਤਨਖਾਹੀਏ ਨੇ, ਉਹਨਾਂ ਦਾ ਨਾਂ ਕਿਉਂ ਨਹੀਂ ਨੰਗਾ ਹੋ ਰਿਹਾ, ਉਹਨਾਂ ਦੇ ਖਿਲਾਫ FIR ਕਿਉਂ ਨਹੀਂ ਹੋ ਰਹੀ, ਗੁਰੂ ਗ੍ਰੰਥ ਸਾਹਿਬ ਦੀ ਰਿਕਵਰੀ ਲਈ ਤੁਸੀਂ ਕੀ ਕਰ ਰਹੇ ਹੋ। ਇਹ ਸੰਗਤ ਦਾ ਮਾਮਲਾ ਹੈ। ਇਸ ਮਸਲੇ ਦੇ ਵਿੱਚ ਕਮਲਜੀਤ ਸਿੰਘ ਜਿਨ੍ਹਾਂ ਨੇ ਇਹ ਸਾਰਾ ਮਸਲਾ ਕੱਢ ਕੇ ਬਾਹਰ ਲਿਆਂਦਾ, ਜਿਹੜੇ ਰਿਟਾਇਰ ਹੋ ਚੁੱਕੇ ਨੇ, ਸਭ ਤੋਂ ਪਹਿਲੇ ਨੰਬਰ ਤੇ ਉਹਨਾਂ ਦਾ ਨਾਂ ਹੈ, ਸਭ ਤੋਂ ਪਹਿਲੇ ਨੰਬਰ ਤੇ ਉਹਨਾਂ ਦੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਗਈ ਹੈ। ਇਹ ਜਾਇਜ਼ ਹੈ? ਦੇਖੋ, ਜਿਹੜਾ ਕਮਲਜੀਤ ਸਿੰਘ ਉਹਨੂੰ ਮੈਂ ਕਦੇ ਮਿਲਿਆ ਨਹੀਂਗਾ, ਲੇਕਿਨ ਉਹਨੇ ਕਿਹਾ ਹੈ ਕਿ ਮੇਰੇ ਕੋਲ ਜਿਹੜੀਆਂ ਸਲਿੱਪਾਂ ਆਈਆਂ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਦਿਓ, ਉਹ ਸਲਿੱਪਾਂ ਮੈਂ ਦੇਤੀਆਂ ਪ੍ਰਬੰਧਕ ਕਮੇਟੀ ਨੂੰ। ਹੁਣ ਪ੍ਰਬੰਧਕ ਕਮੇਟੀ ਉਹਨਾਂ ਸਲਿੱਪਾਂ ਨੂੰ ਪਾੜ ਦੇਵੇ ਜਾਂ ਸਾੜ ਦੇਵੇ ਜਾਂ ਪ੍ਰੂਫ ਖਤਮ ਕਰ ਦੇ, ਵੱਖਰੀ ਗੱਲ ਹੈ, ਲੇਕਿਨ ਇਹ ਉਹਦੀ ਗਲਤੀ ਆ। ਉਹਨੂੰ ਦੱਸਣਾ ਚਾਹੀਦਾ ਵੀ ਉਹਨਾਂ ਸਲਿੱਪਾਂ ਤੇ ਕੀ ਲਿਖਿਆ ਸੀ, ਉਹਨੂੰ ਕਲੀਅਰ ਕਰਨਾ ਚਾਹੀਦਾ, ਉਹਨੂੰ ਗਵਾਹੀ ਵੀ ਦੇਣੀ ਚਾਹੀਦੀ ਸੀ। ਪਰ ਉਹ ਹਾਲੇ ਵੀ ਕੁਝ ਸੋਚਦਾ ਹੋਵੇ ਕਿ ਸ਼ਾਇਦ ਮੇਰੇ ਤੇ ਰਹਿਮ ਕਰ ਲੈਣਗੇ, ਮੇਰੇ ਪੈਸੇ ਦੇ ਦੇਣਗੇ, ਮੇਰੀ ਜ਼ਿੰਦਗੀ ਦੀ ਕਮਾਈ ਦੇ ਦੇਣਗੇ, ਤੇ ਕੋਈ ਲਾਲਚ ਕਰਦਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ। ਉਹ ਹੁੰਦਾ ਵੀ ਆ, ਸਾਰੀ ਜ਼ਿੰਦਗੀ ਦੀ ਕਮਾਈ ਹੁੰਦੀ, ਜਿਹੜਾ 8-10 ਲੱਖ ਰੁਪਈਆ ਕਮਾਇਆ ਹੁੰਦਾ, ਉਹ ਜੇ ਜਾਂਦਾ ਦਿਸੇ ਰੁੜਦਾ ਦਿਸੇ ਤੇ ਬੰਦਾ ਖਾਮੋਸ਼ ਵੀ ਹੋ ਜਾਂਦਾ। ਪਰ ਗੁਰੂ ਗ੍ਰੰਥ ਸਾਹਿਬ ਗਏ ਨੇ, ਇਹ ਕਲੀਅਰ ਹੋ ਗਿਆ, ਤੇ ਕਿਸੇ ਦੇ ਹੁਕਮ ਨਾਲ ਗਏ ਨੇ, ਇਹ ਕਲੀਅਰ ਨਹੀਂ ਹੋ ਰਿਹਾ ਕਿਹਦੇ ਹੁਕਮ ਨਾਲ ਗਏ। ਜੀ ਸਿੰਘ ਸਾਹਿਬ, ਆਖਰੀ ਸਵਾਲ ਹੈ, ਜਿਹੜਾ ਤੁਸੀਂ ਸਟੇਟਮੈਂਟ ਦਿੱਤੀ ਸੀ ਕਿ ਇਹਨਾਂ ਨੇ ਸਰੂਪ ਜਿਹੜੇ ਪੂਰੇ ਕਰਨ ਦੇ ਲਈ ਛਪਵਾ ਲਏ ਨੇ, ਉਹ ਤੁਸੀਂ ਕਿਹਾ ਸੀ ਮੈਂ ਸਬੂਤਾਂ ਦੇ ਨਾਲ ਇਹ ਕਹਿ ਰਿਹਾ, ਤੁਸੀਂ ਉੱਤੇ ਕਾਇਮ ਹੋ ਅੱਜ ਵੀ? ਉਹ ਤੇ ਉਹ ਆਪ ਮੰਨ ਗਏ ਨੇ, ਆਪ ਉਹਦੇ ਵਿੱਚ ਕਲੀਅਰ ਕੀਤਾ ਹੈ ਕਿ 125 ਸਰੂਪ ਇੱਕ ਦਫਾ ਅਨਅਧਿਕਾਰ ਛਾਪੇ ਗਏ, 61 ਸਰੂਪ ਇੱਕ ਦਫਾ ਛਾਪੇ ਜੀ, ਉਹ ਤੇ ਆਪ ਮੰਨ ਗਏ ਜੀ। ਦੂਸਰਾ, ਜਿਲਦਕਾਰ ਨੂੰ ਅੱਜ ਕਾਲੀ ਸੂਚੀ 'ਚ ਸ਼ਾਮਲ ਕਰਨਾ, ਜਿਹੜੇ ਭਵਨ ਦੇ ਅਧਿਕਾਰੀਆਂ ਨੂੰ ਡਿਸਮਿਸ ਕਰਨਾ, ਉਹਦਾ ਕਾਰਨ ਇਹ ਹੈ ਵੀ ਤੁਸੀਂ ਇਥੋਂ ਰਿਪੋਰਟ ਕਿਉਂ ਲੀਕ ਹੋਈ ਹੈ, ਇਹ ਜਾਣਕਾਰੀ ਲੀਕ ਕਿਉਂ ਹੋਈ, ਜੇ ਗਲਤੀ ਹੋਈ ਤਾਂ ਉਹਦਾ ਪਤਾ ਕਿਵੇਂ ਲੱਗਿਆ। ਜੀ, ਜੇ ਤੁਸੀਂ ਗੋਇੰਦਵਾਲ ਕਿਸੇ ਨੂੰ ਉਸ ਮੁਕਾਮ ਤੋਂ ਸਸਪੈਂਡ ਕਰਦੇ ਹੋ ਤਾਂ ਉਹਦਾ ਮਤਲਬ ਕਿ ਤੁਸੀਂ ਰਿਕਾਰਡ ਕਿਉਂ ਦਿਖਾਇਆ ਜਾਂ ਤੁਸੀਂ ਜਾਣਕਾਰੀ ਕਿਉਂ ਦਿੱਤੀ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਪੂਰੇ ਮਸਲੇ ਦੇ ਵਿੱਚ ਇੱਕ ਵੱਡਾ ਸਵਾਲ ਹਾਲੇ ਵੀ ਖੜਾ ਹੈ। ਸਿੰਘ ਸਾਹਿਬ ਨੇ ਇਹ ਸਵਾਲ ਖੜਾ ਕੀਤਾ ਕਿ SGPC ਨੂੰ FIR ਦਰਜ ਕਰਨੀ ਪਏਗੀ ਅਸਲ ਦੋਸ਼ੀਆਂ ਨੂੰ ਲੱਭ ਕੇ, ਅਤੇ ਜਿਹੜੇ ਦੋਸ਼ੀਆਂ ਦੇ ਖਿਲਾਫ ਹੁਣ ਕਾਰਵਾਈ ਕੀਤੀ ਹੈ, ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਕੋਈ ਵੀ ਇੱਕ ਅੱਧਾ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਗੁਰੂ ਮੰਨਦੇ ਨੇ, ਤੇ ਉਹ ਆ ਕੇ ਸੱਚ ਬੋਲਣ ਕਿ ਅਸਲ ਦੋਸ਼ੀ ਇਹ ਹੈ, ਇਹਨਾਂ ਨੇ ਸਾਡੇ ਤੋਂ ਇਹ ਗਲਤ ਕੰਮ ਕਰਵਾਇਆ ਸੀ। ਵੀਡੀਓ ਜਰਨਲਿਸਟ ਸਿਮਰਨਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ TV ਲਈ ਮੋਹਾਲੀ ਤੋਂ ਖਾਸ ਰਿਪੋਰਟ।